बेटा ਅੱਜ ਦਾ ਸਾਡਾ ਜਿਹੜਾ ਟੌਪਿਕ ਹੈ that is superposition principle and coherent sources। ਇਹ ਦੋ ਟੌਪਿਕ ਜਿਹੜੇ ਨੇ ਬਹੁਤ ਹੀ ਇੰਪੋਰਟੈਂਟ ਨੇ ਜੇਕਰ ਤੁਸੀਂ ਆਉਣ ਵਾਲਾ ਸਾਡਾ ਜਿਹੜਾ ਲੈਕਚਰ ਹੈ ਇੰਟਰਫੇਰੈਂਸ ਆਫ ਲਾਈਟ ਜੇ ਉਹਨੂੰ ਤੁਸੀਂ ਡਿਟੇਲ ਵਿੱਚ ਸਮਝਣਾ ਹੈ ਇਹਨਾਂ ਟੌਪਿਕ ਤੋਂ ਬਿਨਾ ਅਸੀਂ ਇੰਟਰਫੇਰੈਂਸ ਆਫ ਲਾਈਟ ਜਿਹੜਾ ਆਪਾਂ ਉਹਨੂੰ ਨਹੀਂ ਸਮਝ ਸਕਦੇ। ਠੀਕ ਹੈ, ਸਭ ਨਾਲੋਂ ਪਹਿਲਾਂ ਅਸੀਂ ਦੇਖਦੇ ਹਾਂ what is superposition principle। ਜਿਸ ਤਰ੍ਹਾਂ ਅਸੀਂ ਇਲੈਕਟ੍ਰਿਕ ਫੀਲਡ ਵਿੱਚ ਪੜ੍ਹਿਆ ਸੀ ਕਿ ਜਦੋਂ ਇਲੈਕਟ੍ਰਿਕ ਫੀਲਡਸ ਇੱਕ E1 ਹੋਵੇ ਇੱਕ ਇਲੈਕਟ੍ਰਿਕ ਫੀਲਡ E2 ਹੈ ਤੇ ਉਹਦਾ ਅਸੀਂ ਜਦੋਂ ਰਿਜ਼ਲਟੈਂਟ ਕੱਢਣਾ ਹੋਵੇ ਤੇ ਉਦੋਂ ਅਸੀਂ ਸੁਪਰਪੋਜੀਸ਼ਨ ਪ੍ਰਿੰਸੀਪਲ ਲਗਾਉਂਦੇ ਸੀ when two or more vectors are acting at a point। Similarly ਵੇਵ ਮੋਸ਼ਨ ਦੇ ਵਿੱਚ ਵੀ ਵੇਵ ਆਪਟਿਕਸ ਦੇ ਵਿੱਚ ਵੀ ਲਾਈਟ ਵੇਵਸ ਦੇ ਉੱਪਰ ਅਸੀਂ ਸੁਪਰਪੋਜੀਸ਼ਨ ਜਿਹੜਾ ਪ੍ਰਿੰਸੀਪਲ ਅਪਲਾਈ ਕਰਨਾ ਹੈ ਜੇ ਤੁਸੀਂ ਰਿਜ਼ਲਟੈਂਟ ਵੇਵ ਨੂੰ ਫਾਈਂਡ ਆਊਟ ਕਰਨਾ ਹੈ। ਜਦੋਂ ਵੀ ਰਿਜ਼ਲਟੈਂਟ ਵੇਵ ਲੱਭਣੀ ਹੈ ਦੋ ਜਾਂ ਦੋ ਤੋਂ ਜ਼ਿਆਦਾ ਵੇਵਸ ਆਪਸ ਵਿੱਚ ਮਿਕਸ ਹੋ ਰਹੀਆਂ ਨੇ ਉਸ ਤੋਂ ਬਾਅਦ ਇੱਕ ਰਿਜ਼ਲਟੈਂਟ ਵੇਵ ਅਸੀਂ ਬਣਾਉਣਾ ਚਾਹੁੰਦੇ ਹਾਂ ਤੇ ਸਾਨੂੰ ਜਿਹੜਾ ਹੈ ਸੁਪਰਪੋਜੀਸ਼ਨ ਪ੍ਰਿੰਸੀਪਲ ਦੇ ਅਕੋਰਡਿੰਗ ਜਿਹੜਾ ਹੈ ਸਾਨੂੰ ਉਹ ਚੱਲਣਾ ਪਏਗਾ। ਆਓ ਇਸ ਨੂੰ ਆਪਾਂ ਡਿਟੇਲ 'ਚ ਸਮਝਦੇ ਹਾਂ। ਇਸ ਡਾਇਗਰਾਮ 'ਚ ਜਿਹੜਾ ਧਿਆਨ ਨਾਲ ਦੇਖੋ ਇੱਕ ਮੈਂ y ਐਕਸਿਸ ਬਣਾਈ ਹੈ ਤੇ ਇੱਕ x ਐਕਸਿਸ ਹੈ ਐਂਡ ਯੂ ਆਰ ਸੀਇੰਗ ਦਾ ਡਿਫਰੈਂਟ ਵੇਵਸ। ਤੁਹਾਨੂੰ ਇੱਥੇ ਤਿੰਨ ਵੇਵਸ ਦੇਖੋ ਵਿੱਚ ਨਜ਼ਰ ਆ ਰਹੀਆਂ ਨੇ। ਵੇਵ ਦੇ ਦੋ ਪਾਰਟਸ ਹੁੰਦੇ ਨੇ, ਇੱਕ ਕਰਸਟ ਤੇ ਦੂਸਰਾ ਜਿਹੜਾ ਪਾਰਟ ਹੁੰਦਾ ਹੈ ਉਹਨੂੰ ਅਸੀਂ ਬੋਲਦੇ ਹਾਂ ਟਰਫ ਬੋਲਦੇ ਹਾਂ। ਇਹ ਹੋ ਗਿਆ ਵੇਵ ਦਾ ਕਰਸਟ ਤੇ ਇਹ ਹੈਗਾ ਸਾਡਾ ਵੇਵ ਦਾ ਟਰਫ ਹੋ ਗਿਆ। ਕਰਸਟ ਜਿਹੜਾ ਹੁੰਦਾ ਹੈ ਉਹ ਪੋਜ਼ਿਟਿਵ ਪਾਰਟ ਹੁੰਦਾ ਹੈ, ਟਰਫ ਜਿਹੜਾ ਹੁੰਦਾ ਹੈ ਸਾਡਾ ਉਹ ਨੈਗੇਟਿਵ ਪਾਰਟ ਹੁੰਦਾ ਹੈ। ਨਾਓ ਹੇਅਰ देयर आर टू लाइट वेव्स, एक y1 एक वेव है ਉਹਦਾ ਨਾਮ ਅਸੀਂ ਪਾਇਆ y2। ਇਹ ਵਾਲੀ ਦੇਖੋ ਜਿਹੜੀ ਮੈਂ ਡਾਟਡ ਲਾਈਨ ਨਾਲ ਸ਼ੋ ਕੀਤੀ ਹੈ ਵੇਵ this is y1 and the second wave it is the y2। ਇਹ ਦੋਨੋਂ ਵੇਵ ਆਪਸ ਵਿੱਚ ਸੁਪਰ ਇੰਪੋਜ਼ ਹੋ ਗਈਆਂ। ਦੇਖੋ ਇੱਥੇ ਵਰਡ ਲਿਖਿਆ ਹੈ ਸੁਪਰ ਇੰਪੋਜ਼। ਸੁਪਰ ਇੰਪੋਜ਼ ਦਾ ਮਤਲਬ ਹੈ ਇੱਕ ਦੂਜੇ ਦੇ ਉੱਪਰ ਆ ਗਈਆਂ, ਮਿਕਸਿੰਗ ਹੋ ਗਈ ਕਹਿਣ ਦਾ ਮਤਲਬ। ਠੀਕ ਹੈ, ਕਿਹੜੀ ਕਿਹੜੀ ਵੇਵ? ਇੱਕ y1 ਦੂਸਰੀ y2। ਇਹ ਦੋਨੋਂ ਆਪਸ ਵਿੱਚ ਸੁਪਰ ਇੰਪੋਜ਼ ਹੋਈਆਂ। ਦੇਖੋ ਕਿਸ ਤਰ੍ਹਾਂ ਸੁਪਰ ਇੰਪੋਜ਼ ਹੋਈਆਂ। ਪਹਿਲੇ ਦਾ ਕਰਸਟ ਤੇ ਦੂਸਰੇ ਦਾ ਕਰਸਟ ਇੱਕ ਦੇ ਉੱਪਰ ਇੱਕ ਆ ਗਿਆ। ਜਿਸ ਤਰ੍ਹਾਂ ਆ ਫਸਟ ਦਾ ਕਰਸਟ ਹੈ ਇਹਦੇ ਉੱਪਰ ਹੀ ਫਾਲ ਹੋ ਗਿਆ, ਦੂਸਰੇ ਦਾ ਕਰਸਟ ਦੇਖੋ ਇੱਕ ਦੇ ਉੱਪਰ ਇੱਕ ਆ ਗਏ। ਸਿਮਿਲਰਲੀ ਪਹਿਲੇ ਦਾ ਟਰਫ ਤੇ ਦੂਸਰੀ ਵੇਵ ਦਾ ਟਰਫ ਵੀ ਜਿਹੜਾ ਹੈ ਇੱਕ ਦੇ ਉੱਪਰ ਇੱਕ ਆ ਗਏ। ਕਰਸਟ ਫਾਲ ਔਨ ਕਰਸਟ, ਸਿਮਿਲਰਲੀ ਟਰਫ ਫਾਲ ਔਨ ਦਾ ਟਰਫ। ਇਸ ਤਰ੍ਹਾਂ ਮਿਕਸਿੰਗ ਹੋਈ, ਕਰਸਟ ਉੱਪਰ ਕਰਸਟ ਆ ਗਿਆ ਤੇ ਟਰਫ ਉੱਪਰ ਜਿਹੜਾ ਹੈ ਦੋਨਾਂ ਵੇਵਸ ਦਾ ਟਰਫ ਉੱਪਰ ਟਰਫ ਆ ਚੁੱਕਾ ਹੈ। ਹੋਏਗਾ ਕਿ ਜਿਹੜੀ ਆ ਅਸੀਂ ਦੇਖੋ ਔਰੇਂਜ ਕਲਰ ਦੇ ਨਾਲ ਜਿਹੜੀ ਮੈਂ ਇੱਕ ਵੇਵ ਬਣਾਈ ਹੈ ਉੱਪਰ ਵਾਲੀ ਸਭ ਨਾਲੋਂ, ਦਿਸ ਇਜ਼ ਦਾ ਰਿਜ਼ਲਟੈਂਟ ਵੇਵ। ਇਹ ਸਾਡੀ ਜਿਹੜੀ ਹੈ ਰਿਜ਼ਲਟੈਂਟ ਵੇਵ ਜਿਹੜੀ ਬਣੇਗੀ ਉਹ ਦੇਖੋ ਧਿਆਨ ਦੇ ਨਾਲ ਇਹਦਾ ਐਂਪਲੀਟਿਊਡ ਤੇ ਇਹਦਾ ਐਂਪਲੀਟਿਊਡ ਦੋਨੋਂ ਪਲੱਸ ਹੋ ਕੇ ਆ ਦੇਖੋ ਰਿਜ਼ਲਟੈਂਟ ਵੇਵ ਤਿਆਰ ਹੋ ਗਈ। ਕਹਿਣ ਦਾ ਮਤਲਬ ਹੈ ਜਦੋਂ ਕਰਸਟ ਉੱਪਰ ਕਰਸਟ ਆਏਗਾ ਦੋਨਾਂ ਵੇਵਸ ਦੇ ਜਿਹੜੇ ਐਂਪਲੀਟਿਊਡ ਹੋਣਗੇ ਉਹ ਪਲੱਸ ਹੋ ਜਾਣਗੇ। ਐਂਪਲੀਟਿਊਡ ਹੁੰਦਾ ਬੇਟਾ ਆਹ ਵਾਲੀ ਚੀਜ਼ ਜਿਹੜੀ ਮੈਕਸਿਮਮ ਉਹਦੀ ਉਚਾਈ ਹੁੰਦੀ ਹੈ ਨਾ ਉਸ ਨੂੰ ਅਸੀਂ ਬੋਲਦੇ ਹਾਂ ਐਂਪਲੀਟਿਊਡ। ਜੇਕਰ ਪਹਿਲੀ ਵੇਵ ਹੈ ਉਹਦਾ ਐਂਪਲੀਟਿਊਡ ਹੈਗਾ ਕਿੰਨਾ 2, ਦੂਸਰੀ ਵੇਵ ਦਾ ਐਂਪਲੀਟਿਊਡ 3 ਹੈ ਤੇ ਫਿਰ ਕੀ ਹੋਏਗਾ ਜੇ ਕਰਸਟ ਉੱਪਰ ਕਰਸਟ ਆਇਆ ਤੇ ਜਿਹੜੀ ਸਾਡੀ ਰਿਜ਼ਲਟੈਂਟ ਵੇਵ ਹੋਏਗੀ ਉਹਦਾ ਐਂਪਲੀਟਿਊਡ ਜਿਹੜਾ ਹੈ ਉਹ 5 ਹੋ ਜਾਏਗਾ। ਦੋਨਾਂ ਨੂੰ ਪਲੱਸ ਕਰਕੇ ਉਹ ਟੋਟਲ ਆ ਜਾਏਗਾ। ਸਿਮਿਲਰਲੀ ਹੇਅਰ ਤੇ ਆਹ ਤੇ ਤੁਹਾਡੇ ਦੇਖੋ ਰਿਜ਼ਲਟੈਂਟ ਜਿਹੜਾ ਹੈ ਉਹ ਪਲੱਸ ਹੋ ਜਾਣਗੇ। ਇਹਦਾ ਮਤਲਬ ਦੋਨਾਂ ਦੇ ਜਿਹੜੇ ਐਂਪਲੀਟਿਊਡਸ ਨੇ ਦੋਨਾਂ ਵੇਵਸ ਦੇ ਕਦੋਂ ਪਲੱਸ ਕਰ ਲੈਣੇ ਆ ਜਦੋਂ ਕਰਸਟ ਉੱਪਰ ਕਰਸਟ ਟਰਫ ਉੱਪਰ ਟਰਫ ਹੋਏਗਾ ਤੇ ਰਿਜ਼ਲਟੈਂਟ ਐਂਪਲੀਟਿਊਡ ਤੁਹਾਡਾ ਜਿਹੜਾ ਹੈ ਉਹ ਇੰਕਰੀਜ਼ ਹੋ ਜਾਏਗਾ। ਨਾਓ ਇਸ ਡਾਇਗਰਾਮ 'ਚ ਦੇਖੋ ਇਹ ਪਹਿਲੀ ਵੇਵ ਜਿਹੜੀ ਗ੍ਰੀਨ ਕਲਰ ਦੇ ਨਾਲ ਨਜ਼ਰ ਆ ਰਹੀ ਹੈ y1 ਵਾਲੀ। ਠੀਕ ਹੈ,
ਇਹ दूसरी डॉटेड लाइन ਨਾਲ शो की है y2। ਇਹ दोनों इस तरह सुपरइंपोज होए कि पहली वेव ਦਾ ਕਰਸਟ ਤੇ ਦੂਸਰੀ ਵੇਵ ਦਾ ਟਰਫ ਆਪਸ ਵਿੱਚ ਮਿਕਸ ਹੋ ਗਏ। ਪਹਿਲੀ ਵੇਵ ਦਾ ਕਰਸਟ ਚੱਲ ਰਿਹਾ ਸੀ ਤੇ ਉਹਦੇ ਨਾਲ ਮਿਕਸ ਹੋ ਗਿਆ ਦੂਸਰੀ ਵੇਵ ਦਾ ਟਰਫ ਮਿਕਸ ਹੋ ਗਿਆ। ਸਿਮਿਲਰਲੀ ਹੇਅਰ ਦੇਖ ਲਓ। ਫਿਰ ਕੀ ਹੋਏਗਾ, ਪੋਜ਼ਿਟਿਵ ਦੇ ਨਾਲ 네ਗੇਟਿਵ ਮਿਕਸ ਹੋਇਆ। ਇੱਥੇ ਕੀ ਸੀ, ਪੋਜ਼ਿਟਿਵ ਤੇ ਪੋਜ਼ਿਟਿਵ ਮਿਕਸ ਹੋਏ, ਦੋਨੋਂ ਪਲੱਸ ਹੋ ਜਾਣਗੇ। ਇੱਥੇ ਕੀ ਹੋਇਆ, ਸਾਡੇ ਕੋਲ ਪੋਜ਼ਿਟਿਵ, ਦੂਜਾ ਜਿਹੜਾ ਟਰਫ ਮਿਕਸ ਹੋ ਗਿਆ ਉਹ 네ਗੇਟਿਵ ਪਾਰਟ ਹੈ, ਇਹ ਪੋਜ਼ਿਟਿਵ ਪਾਰਟ, ਆ 네ਗੇਟਿਵ ਪਾਰਟ। ਫਿਰ ਕੀ ਹੋਏਗਾ, ਸਾਡੇ ਕੋਲ ਜਿਹੜਾ ਰਿਜ਼ਲਟੈਂਟ ਜਿਹੜਾ ਐਂਪਲੀਟਿਊਡ ਆਏਗਾ, ਰਿਜ਼ਲਟੈਂਟ ਜਿਹੜੀ ਸਾਡੀ ਵੇਵ ਬਣੇਗੀ ਉਹਦਾ ਐਂਪਲੀਟਿਊਡ ਡਿਕਰੀਜ਼ ਹੋ ਜਾਏਗਾ। ਫੋਰ ਐਗਜ਼ਾਮਪਲ ਮੰਨ ਲਓ ਵੀ ਇਹਦਾ ਐਂਪਲੀਟਿਊਡ 7 ਹੈ ਤੇ ਇਹਦਾ ਐਂਪਲੀਟਿਊਡ ਜਿਹੜਾ ਹੈਗਾ ਮੰਨ ਲਓ 3 ਹੈ। ਥੱਲੇ 3 ਥੱਲੇ ਹੋਣ ਕਰਕੇ ਕਿੰਨਾ ਲਿਖਾਂਗੇ -3 ਤੇ ਟੋਟਲ ਜਿਹੜਾ ਸਾਡੇ ਕੋਲ 7 ਚੋਂ 3 ਚ ਆ ਜਾਏਗਾ, ਕਿੰਨਾ ਆ ਜਾਏਗਾ ਸਾਡੇ ਕੋਲ, ਰਿਜ਼ਲਟੈਂਟ ਵੇਵ ਦਾ ਐਂਪਲੀਟਿਊਡ ਕਿੰਨਾ ਰਹਿ ਜਾਏਗਾ ਸਾਡੇ ਕੋਲ, 4 ਰਹਿ ਜਾਏਗਾ। ਠੀਕ ਹੈ, ਇਸ ਤਰ੍ਹਾਂ ਅਸੀਂ ਜਿਹੜੀਆਂ ਵੇਵਸ ਨੂੰ ਅਸੀਂ ਰਿਜ਼ਲਟੈਂਟ ਫਾਈਂਡ ਕਰਨ ਵਾਸਤੇ ਇਹ ਦੋ ਮੈਥਡ ਦੇ ਨਾਲ ਅਸੀਂ ਕਰਨਾ ਹੈ। ਮੈਂ ਫਾਈਨਲ ਇੱਕੋ ਗੱਲ ਕਹਿ ਦੇਣਾ, ਕਰਸਟ ਉੱਪਰ ਕਰਸਟ ਜਾਂ ਟਰਫ ਉੱਪਰ ਟਰਫ ਤੁਸੀਂ ਪਲੱਸ ਕਰਨਾ ਹੈ, ਤੇ ਜੇ ਕਰਸਟ ਤੇ ਟਰਫ ਮਿਕਸ ਹੋ ਰਹੇ ਨੇ ਤੁਸੀਂ ਫਿਰ ਜਿਹੜਾ ਹੈ ਉਹਨਾਂ ਦੇ ਐਂਪਲੀਟਿਊਡ ਨੂੰ ਕੀ ਕਰ ਦੇਣਾ, ਅਸੀਂ ਮਾਈਨਸ ਕਰ ਦੇਣਾ। ਹਾਂਜੀ ਠੀਕ ਹੋ ਗਿਆ। ਇਸ ਤਰ੍ਹਾਂ ਅਸੀਂ ਰਿਜ਼ਲਟੈਂਟ ਵੇਵ ਫਾਈਂਡ ਕਰਦੇ ਹਾਂ। ਨਾਓ ਦਿਸ ਇਜ਼ ਅ ਡੈਫੀਨੇਸ਼ਨ। ਇਹ ਕਿਸ ਤਰ੍ਹਾਂ ਦੇਖੋ, according to this principle when two or more wave, ਮੈਂ ਇੱਥੇ ਦੋ ਲਈ ਹੈ, ਦੋ ਜਾਂ ਦੋ ਤੋਂ ਜ਼ਿਆਦਾ ਵੇਵ ਮੋਸ਼ਨਸ ਜਿਹੜੀਆਂ ਟਰੈਵਲ ਕਰ ਰਹੀਆਂ ਕਿਸੇ ਮੀਡੀਅਮ ਦੇ ਵਿੱਚੋਂ ਆਪਸ ਵਿੱਚ ਸੁਪਰ ਇੰਪੋਜ਼ ਹੋ ਗਈਆਂ, ਇੱਕ ਦੂਜੇ ਦੇ ਨਾਲ ਉਹ ਮਿਕਸ ਹੋ ਜਾਂਦੀਆਂ ਨੇ ਟੂ ਵਨ ਅਨਦਰ, ਤੇ ਇੱਕ ਨਿਊ ਵੇਵ ਜਿਹੜੀ ਆ ਉਹ ਬਣੇਗੀ ਤੇ ਨਿਊ ਵੇਵ ਜਿਹੜੀ ਬਣੇਗੀ ਉਹਦਾ ਨਾਮ ਹੋਏਗਾ ਰਿਜ਼ਲਟੈਂਟ ਵੇਵ। ਤੇ ਰਿਜ਼ਲਟੈਂਟ ਵੇਵ ਦੇ ਵਿੱਚ ਜਿਹੜੀ ਡਿਸਪਲੇਸਮੈਂਟ ਹੋਏਗੀ ਆ ਵਾਲੀ, that is the displacement, amplitude ਜਿਹੜਾ ਹੋਏਗਾ maximum, it will be equal to, ਉਹ ਕਿਸ ਤਰ੍ਹਾਂ ਕੱਢਾਂਗੇ, ਪਹਿਲੀ ਦਾ ਪਲੱਸ ਦੂਸਰੀ ਪਲੱਸ ਤੀਸਰੀ ਉਹਦਾ ਵੈਕਟਰ ਸਮ ਕਰ ਲੈਣਾ। ਕੀ ਕਰ ਲੈਣਾ, ਉਹਦਾ ਵੈਕਟਰ ਸਮ। ਪਹਿਲੇ ਦਾ y1 ਹੈ, ਦੂਜੇ ਦਾ y2, ਤੀਸਰੇ ਦਾ y3, ਇਹਨਾਂ ਸਾਰਿਆਂ ਦਾ ਵੈਕਟਰ ਸਮ ਕਰ ਲਓ। ਦੇਖੋ ਬੇਟਾ ਉੱਤੇ ਵੈਕਟਰ ਪਾਇਆ, ਵੈਕਟਰ ਦੇ ਅਕੋਰਡਿੰਗ ਅਸੀਂ ਡਾਇਰੈਕਸ਼ਨ ਲੈਣੀ ਹੁੰਦੀ ਹੈ। ਇਹਦੇ ਵਿੱਚ ਪੋਜ਼ਿਟਿਵ, ਆ ਵੀ ਪੋਜ਼ਿਟਿਵ ਸੀ, ਇੱਕ ਚ ਪੋਜ਼ਿਟਿਵ ਇੱਕ ਚ ਕਿਹੜਾ ਆਇਆ ਸਾਡੇ ਕੋਲ 네ਗੇਟਿਵ, ਉਹਦੇ ਅਕੋਰਡਿੰਗ ਅਸੀਂ ਉਹਦਾ ਰਿਜ਼ਲਟੈਂਟ ਅਸੀਂ ਫਾਈਂਡ ਕਰਨਾ ਹੈ। ਹਾਂਜੀ ਕਲੀਅਰ। ਇਟ ਇਜ਼ ਦਾ ਸੁਪਰਪੋਜੀਸ਼ਨ ਪ੍ਰਿੰਸੀਪਲ ਤੇ ਇਹਨੂੰ ਹੀ ਅਸੀਂ ਇੰਟਰਫੇਰੈਂਸ ਆਫ ਲਾਈਟ ਦੇ ਵਿੱਚ ਆਪਾਂ ਅਪਲਾਈ ਕਰਨਾ ਹੈ। ਤੇ ਦੂਸਰਾ ਸਾਡਾ ਦੇਖੋ ਕੀ ਹੈਗਾ, ਕੋਹਰੈਂਟ ਸੋਰਸ। ਪਹਿਲੀ ਗੱਲ ਤੇ ਯਾਦ ਰੱਖਣੀ ਹੈ, ਕੋਹਰੈਂਟ ਸੋਰਸਿਸ ਤੋਂ ਬਿਨਾ ਇੰਟਰਫੇਰੈਂਸ ਆਫ ਲਾਈਟ ਨਹੀਂ ਹੋ ਸਕਦੀ। ਜਿੰਨਾ ਦੇਰ ਜੇ ਆਪਣਾ ਦੇਰ ਤੱਕ ਸੋਰਸਿਸ ਤੁਹਾਡੇ ਕੋਲ ਕੋਹਰੈਂਟ ਨਹੀਂ ਹੋਣਗੇ ਤੁਸੀਂ ਇੰਟਰਫੇਰੈਂਸ ਆਫ ਲਾਈਟ ਨਹੀਂ ਕਰਵਾ ਸਕਦੇ। ਤੇ ਆਓ ਪਹਿਲਾਂ ਦੇਖੀਏ ਕਿ ਕੋਹਰੈਂਟ ਸੋਰਸਿਸ ਜਿਹੜੇ ਨੇ ਹੁੰਦੇ ਕੀ ਨੇ। ਇਹਦੀ ਡੈਫੀਨੇਸ਼ਨ ਮੈਂ ਨਹੀਂ ਲਿਖੀ, ਮੈਂ ਸਿਰਫ ਜਸਟ ਔਰਲ ਤੁਹਾਡੇ ਨਾਲ ਜਿਹੜਾ ਡਿਸਕਸ ਕਰਨ ਲੱਗਾ। ਟੂ ਔਰ ਮੋਰ ਸੋਰਸਿਸ ਆਰ ਸੈਡ ਟੂ ਬੀ ਕੋਹਰੈਂਟ, ਤੁਸੀਂ ਲਿਖ ਵੀ ਸਕਦੇ ਹੋ। ਦੋ ਜਾਂ ਦੋ ਤੋਂ ਜ਼ਿਆਦਾ ਸੋਰਸਿਸ ਨੂੰ ਅਸੀਂ ਕੋਹਰੈਂਟ ਕਦੋਂ ਕਹਿਣਾ ਹੈ, ਟੂ ਸੋਰਸਿਸ ਜਾਂ ਟੂ ਔਰ ਮੋਰ ਦੈਨ ਟੂ ਸੋਰਸਿਸ ਆਰ ਸੈਡ ਟੂ ਬੀ ਕੋਹਰੈਂਟ ਵੈਨ ਦੇ ਗਿਵ ਲਾਈਟਸ, ਜਦੋਂ ਉਹਨਾਂ ਤੋਂ ਲਾਈਟ ਨਿਕਲੇ। ਮਤਲਬ ਇੱਕ ਆਹ ਸੋਰਸ ਹੈ, ਇੱਕ ਮੇਰੇ ਕੋਲ ਲਾਈਟ ਦਾ ਸੋਰਸ, ਸਪੋਜ਼ ਹੇਅਰ ਆਈ ਹੈਵ ਟੂ ਸੋਰਸਿਸ, ਇੱਕ ਆਹ ਸੋਰਸ ਪਕੜਿਆ ਲਾਈਟ ਦਾ, ਇੱਕ ਆਹ ਸੋਰਸਿਸ ਹੈ। ਠੀਕ ਹੋ ਗਿਆ। ਜੇ ਇਹਨਾਂ ਦੋਨਾਂ ਤੋਂ ਜਿਹੜੀ ਲਾਈਟ ਨਿਕਲ ਰਹੀ ਹੈ ਉਹਨਾਂ ਦੀ ਫ੍ਰੀਕੁਐਂਸੀ ਸੇਮ ਹੋਵੇ, ਨੋਟ ਕਰੀ ਜਾਣਾ, ਇਹਨਾਂ ਦੋਨਾਂ ਲਾਈਟ ਦੀ ਫ੍ਰੀਕੁਐਂਸੀ ਕੀ ਹੋਵੇ, ਸੇਮ ਹੋਵੇ, ਇਹਨਾਂ ਦਾ ਐਂਪਲੀਟਿਊਡ ਜਿਹੜਾ ਹੈ ਉਹ ਸੇਮ ਹੋਵੇ। ਐਂਪਲੀਟਿਊਡ ਹੁੰਦਾ ਬੇਟਾ ਆ ਜਿਹੜੀ ਹੈ ਉਚਾਈ, ਕਰਸਟ ਦੀ ਜਿਹੜੀ ਉਚਾਈ ਹੁੰਦੀ ਹੈ ਮੈਕਸਿਮਮ, ਐਂਪਲੀਟਿਊਡ ਸੇਮ ਹੋਵੇ, ਵੇਵਲੈਂਥ ਸੇਮ ਹੋਵੇ। ਹਾਂਜੀ ਠੀਕ ਹੈ, ਤਿੰਨ ਚੀਜ਼ਾਂ ਬੋਲਦੀਆਂ, ਐਂਪਲੀਟਿਊਡ, ਵੇਵਲੈਂਥ ਤੇ ਫ੍ਰੀਕੁਐਂਸੀ ਸੇਮ ਹੋਣ। ਠੀਕ ਹੋ ਗਿਆ। ਤੇ ਤੀਸਰੀ ਜਿਹੜੀ ਬਹੁਤ ਹੀ ਇੰਪੋਰਟੈਂਟ ਸ਼ਰਤ ਹੈ, ਦੇ ਮਸਟ ਹੈਵ ਜ਼ੀਰੋ ਫੇਜ਼ ਡਿਫਰੈਂਸ, ਉਹਨਾਂ ਦੇ ਵਿੱਚ ਫੇਜ਼ ਡਿਫਰੈਂਸ ਨਹੀਂ ਹੋਣਾ ਚਾਹੀਦਾ। ਦੇ ਮਸਟ ਹੈਵ ਜ਼ੀਰੋ ਫੇਜ਼ ਡਿਫਰੈਂਸ ਔਰ ਆਈਦਰ ਦੇ ਹੈਵ ਕੌਨਸਟੈਂਟ ਫੇਜ਼ ਡਿਫਰੈਂਸ। ਠੀਕ ਹੋ ਗਿਆ। ਦੋ ਸੋਰਸਿਸ ਨੂੰ ਕੋਹਰੈਂਟ ਕਦੋਂ ਕਹਿਣਾ ਹੈ,
ਜੇਕਰ ਉਹਨਾਂ ਤੋਂ ਜਿਹੜੀ ਲਾਈਟ ਨਿਕਲ ਰਹੀ ਹੈ ਉਹਨਾਂ ਦੀ ਫ੍ਰੀਕੁਐਂਸੀ ਸੇਮ ਹੈ, ਵੇਵਲੈਂਥ ਸੇਮ ਹੈ, ਤੇ ਤੀਸਰਾ ਜਿਹੜਾ ਹੈਗਾ ਐਂਪਲੀਟਿਊਡ ਵੀ ਸੇਮ ਹੋਵੇ, ਤੇ ਨਾਲ ਉਹਨਾਂ ਦੇ ਵਿੱਚ ਫੇਜ਼ ਡਿਫਰੈਂਸ ਬਿਲਕੁਲ ਨਹੀਂ ਹੋਣਾ ਚਾਹੀਦਾ। ਤੇ ਜੇ ਬਾਈ ਚਾਂਸ ਕੋਈ ਫੇਜ਼ ਡਿਫਰੈਂਸ ਹੈ ਤੇ ਉਹ ਫੇਜ਼ ਡਿਫਰੈਂਸ ਟਾਈਮ ਦੇ ਅਕੋਰਡਿੰਗ ਜਿਹੜਾ ਹੈ ਉਹ ਚੇਂਜ ਨਹੀਂ ਹੋਣਾ ਚਾਹੀਦਾ। ਜੇ ਆ ਕੰਡੀਸ਼ਨਸ ਜਿਹੜੀਆਂ ਦੋ ਸੋਰਸਿਸ ਫਾਲੋ ਕਰਨਗੇ ਤੇ ਫਿਰ ਉਹਨਾਂ ਦੋਨਾਂ ਸੋਰਸਿਸ ਨੂੰ ਮੈਂ ਨਾਮ ਦੇ ਦਾਂਗਾ ਕੋਹरेंट सोर्स ਦਾ ਨਾਮ ਦੇ ਦਾਂਗਾ। ਹਾਂਜੀ ਠੀਕ ਹੋ ਗਿਆ ਬੇਟਾ, ਹੁਣ ਮੈਂ ਦੁਬਾਰਾ ਰਿਪੀਟ ਨਹੀਂ ਕਰੂੰਗਾ, ਠੀਕ ਹੈ। ਇਹ ਤੁਸੀਂ ਨੋਟ ਕਰ ਲਓ। ਇੱਕ ਵਾਰੀ ਮੈਂ ਇੰਗਲਿਸ਼ ਡੈਫੀਨੇਸ਼ਨ ਬੋਲਣ ਲੱਗਾ, two or more sources are said to be coherent if they have same frequency, same wavelength, same amplitude and zero phase difference or constant phase difference, then the sources will be coherent sources. Now ਜਿਹੜੀ ਪਹਿਲੀਆਂ ਤਿੰਨ ਸ਼ਰਤਾਂ ਤੇ ਪੂਰੀਆਂ ਹੋ ਜਾਂਦੀਆਂ ਨੇ, ਠੀਕ ਹੈ, ਫ੍ਰੀਕੁਐਂਸੀ ਵੀ ਸੇਮ ਹੋ ਜਾਂਦੀ ਹੈ, ਵੇਵਲੈਂਥ ਵੀ ਸੇਮ ਹੋ ਸਕਦੀ ਹੈ, ਐਂਪਲੀਟਿਊਡ ਵੀ ਸੇਮ ਹੋ ਸਕਦੇ ਆ, ਪਰ ਜਿਹੜੀ ਫੋਰਥ ਜਿਹੜੀ ਕੰਡੀਸ਼ਨ ਹੈ ਕਿ ਜ਼ੀਰੋ ਫੇਜ਼ ਡਿਫਰੈਂਸ ਵਾਲੀ ਜਾਂ ਕਨਸਟੈਂਟ ਫੇਜ਼ ਡਿਫਰੈਂਸ ਵਾਲੀ, ਇਹਨੂੰ obtain ਕਰਨਾ ਬਹੁਤ ਡਿਫਿਕਲਟ ਹੁੰਦਾ ਹੈ। then how to obtain the coherent sources, ਕੋਹरेंट ਸੋਰਸਿਸ ਅਸੀਂ ਕਿਸ ਤਰ੍ਹਾਂ ਪੈਦਾ ਕਰਦੇ ਹਾਂ, ਹੁਣ ਇਹਦੇ ਬਾਰੇ ਆਪਾਂ ਡਿਸਕਸ ਕਰ ਲੱਗੇ ਹਾਂ। ਹੁਣ ਧਿਆਨ ਦਿਓ, ਪਹਿਲਾ ਕੁਐਸਚਨ ਹੈ ਦੋ ਇੰਡੀਪੈਂਡੈਂਟ ਸੋਰਸ, ਇੱਕ ਆ ਸੋਰਸ A, ਇੱਕ ਹੈ ਸੋਰਸ ਹੈਗਾ ਮੇਰੇ ਕੋਲ B, ਇਹ ਇੰਡੀਪੈਂਡੈਂਟ ਹੈ, ਇਹ ਵੱਖਰਾ ਸੋਰਸ ਹੈ, ਇਹ ਵੱਖਰਾ ਸੋਰਸ ਹੈ। ਕੈਨ ਦੇ ਬੀ ਕੋਹरेंट ਸੋਰਸ? ਟੂ ਇੰਡੀਪੈਂਡੈਂਟ ਸੋਰਸ ਕੈਨ ਬੀ ਕੋਹरेंट? ਆਓ ਇਹਦੇ ਬਾਰੇ ਆਪਾਂ ਜਿਹੜਾ ਹੈ ਡਿਸਕਸ ਕਰਦੇ ਹਾਂ। ਮੰਨ ਲਓ ਆ ਸੋਰਸ A ਹੈ, ਇਹ ਸੋਰਸ B ਹੈ, ਦੋਨੋਂ ਇੰਡੀਪੈਂਡੈਂਟ ਹੈ। ਮੰਨ ਲਓ ਇਹ ਰੈੱਡ ਕਲਰ ਦਾ ਹੈ, ਆ ਵੀ ਰੈੱਡ ਕਲਰ ਦਾ ਹੈ, ਇਹਦਾ ਮਤਲਬ ਜੇ ਦੋਨੋਂ ਰੈੱਡ ਕਲਰ ਦੇ ਨੇ, ਇਹਨਾਂ ਦੀ ਫ੍ਰੀਕੁਐਂਸੀ ਸੇਮ ਹੋ ਗਈ, ਠੀਕ ਹੋ ਗਿਆ, ਇਹਨਾਂ ਦੀ ਵੇਵਲੈਂਥ ਵੀ ਸੇਮ ਹੋ ਗਈ, ਇਹਨਾਂ ਤੋਂ ਜਿਹੜੀ ਲਾਈਟ ਨਿਕਲਦੀ ਪਈ ਹੈ ਉਹਦਾ ਐਂਪਲੀਟਿਊਡ ਵੀ ਮੰਨ ਲਓ ਸੇਮ ਹੋ ਗਿਆ, ਦੋਨਾਂ ਦਾ ਮੈਂ ਸੇਮ ਮੰਨ ਲਏ, ਇਹ ਰੈੱਡ ਕਲਰ ਦਾ ਹੈ, ਆ ਵੀ ਰੈੱਡ ਕਲਰ ਦਾ, ਜੇ ਦੋਨੋਂ ਰੈੱਡ ਕਲਰ ਦੇ ਆ ਵੇਵਲੈਂਥ ਵੀ ਸੇਮ, ਫ੍ਰੀਕੁਐਂਸੀ ਵੀ ਸੇਮ ਹੋ ਗਈ, ਠੀਕ ਹੋ ਗਿਆ। ਪਰ ਇਹ ਦੋਨੋਂ ਇੰਡੀਪੈਂਡੈਂਟ ਸੋਰਸ ਨੇ, ਇਹ ਵੱਖਰੇ ਵੱਖਰੇ ਸੋਰਸ ਨੇ। ਹੁਣ ਇਹਨਾਂ ਤੋਂ ਜਿਹੜੀ ਲਾਈਟ ਨਿਕਲਦੀ ਹੈ, ਲਾਈਟ ਕਿਸ ਤਰ੍ਹਾਂ ਨਿਕਲਦੀ ਹੈ? ਸਾਨੂੰ ਪਤਾ ਹੈ ਕਿ ਜਦੋਂ ਐਟਮਸ ਐਕਸਾਈਟਿਡ ਸਟੇਟ ਤੋਂ ਗਰਾਊਂਡ ਸਟੇਟ ਚ ਆਉਂਦੇ ਨੇ ਤੇ ਉਦੋਂ ਲਾਈਟ ਵੇਵ ਨੂੰ ਜਿਹੜਾ ਹੈ ਉਹ ਅਮਿਟ ਕਰਦੇ ਨੇ। ਹਾਂਜੀ ਠੀਕ ਹੋ ਗਿਆ। ਇਹਦੇ ਵਿੱਚ ਜਿਹੜੇ ਐਟਮਸ ਹੋਣਗੇ ਜਦੋਂ ਐਕਸਾਈਟਿਡ ਸਟੇਟ ਤੋਂ ਗਰਾਊਂਡ ਸਟੇਟ ਚ ਆਣਗੇ ਲਾਈਟ ਅਮਿਟ ਕਰਨਗੇ, ਇਹਦੇ ਵੀ ਐਟਮਸ ਜਿਹੜੇ ਐਕਸਾਈਟਿਡ ਸਟੇਟ ਤੋਂ ਗਰਾਊਂਡ ਸਟੇਟ ਚ ਆਣਗੇ ਲਾਈਟ ਅਮਿਟ ਕਰਨਗੇ, ਪਰ ਦੋਨਾਂ ਨੇ ਜਿਹੜੀ ਵੀ ਲਾਈਟ ਅਮਿਟ ਕਰਨੀ ਹੈ ਉਹਨਾਂ ਦੇ ਵਿੱਚ ਫੇਜ਼ ਡਿਫਰੈਂਸ ਲਗਾਤਾਰ ਚੇਂਜ ਹੁੰਦਾ ਜਾਏਗਾ, ਬਿਕੋਜ਼ ਦੇ ਆਰ ਇੰਡੀਪੈਂਡੈਂਟ। ਕੀਪ ਦਾ ਕਦੋਂ ਆਪਣਾ ਐਕਸਾਈਟਿਡ ਸਟੇਟ ਚੋਂ ਜਿਹੜਾ ਗਰਾਊਂਡ ਤੇ ਆ ਰਿਹਾ, ਠੀਕ ਹੈ, ਲਗਾਤਾਰ ਜਿਹੜੇ ਆ ਦੋਨਾਂ ਵਿੱਚ ਐਟਮਸ ਆ ਰਹੇ ਨੇ, ਪਰ ਇਹਨਾਂ ਦੇ ਵਿੱਚ ਇੰਡੀਪੈਂਡੈਂਟ ਹੋਣ ਕਰਕੇ, ਵੱਖਰੇ ਵੱਖਰੇ ਹੋਣ ਕਰਕੇ ਇਹਨਾਂ ਦੇ ਵਿੱਚ ਜਿਹੜਾ ਫੇਜ਼ ਡਿਫਰੈਂਸ ਹੈ ਉਹ ਲਗਾਤਾਰ ਕੀ ਹੁੰਦਾ ਰਹੇਗਾ, ਚੇਂਜ ਹੁੰਦਾ ਰਹੇਗਾ। ਇਸ ਕਰਕੇ ਚੌਥੀ ਜਿਹੜੀ ਕੰਡੀਸ਼ਨ ਹੈ ਨਹੀਂ ਸਾਡੇ ਕੋਲ ਜਿਹੜੀ obtain ਹੋ ਰਹੀ, ਇਸ ਕਰਕੇ ਟੂ ਇੰਡੀਪੈਂਡੈਂਟ ਸੋਰਸਿਸ ਜਿਹੜੇ ਨੇ ਦੇ ਕੈਨੋਟ ਵਰਕ ਐਜ਼ ਏ ਕੋਹरेंट, ਉਹ ਕੋਹरेंट ਸੋਰਸ ਦਾ ਜਿਹੜਾ ਕੰਮ ਨਹੀਂ ਕਰ ਸਕਦੇ। ਨਾਓ ਨੈਕਸਟ, then how to obtain coherent sources, ਫਿਰ ਜੇ ਵੱਖਰੇ ਵੱਖਰੇ ਸੋਰਸ ਆਪਾਂ ਲੈ ਕੇ ਕੋਹरेंट ਨਹੀਂ ਬਣਾ ਸਕਦੇ ਫਿਰ ਕਿਸ ਤਰ੍ਹਾਂ ਪੈਦਾ ਕਰੀਏ? ਫਿਰ ਮੇਨ ਇੱਕੋ ਸਾਡੇ ਕੋਲ ਤਰੀਕਾ ਰਹਿ ਜਾਂਦਾ ਹੈ, ਇੱਕ ਸੋਰਸ ਤੋਂ ਦੋ ਸੋਰਸ ਪੈਦਾ ਕਰ ਲਓ। ਇੱਕੋ ਸੋਰਸ ਤੋਂ ਅਸੀਂ ਦੋ ਸੋਰਸ ਪੈਦਾ ਕਰਾਂਗੇ, ਉਹਨਾਂ ਦੋ ਜਿਹੜੇ ਸੋਰਸਿਸ ਨੇ ਉਹਨੂੰ ਆਪਾਂ ਜਿਹੜਾ ਹੈ ਕੋਹरेंट ਮੰਨ ਸਕਦੇ ਹਾਂ। ਇੱਕ ਤੋਂ ਦੋ ਪੈਦਾ ਕਰਦੇ ਹਾਂ, ਹੁਣ ਉਹ ਕਿਸ ਤਰ੍ਹਾਂ ਪੈਦਾ ਕਰਾਂਗੇ ਆਓ ਇਹਦੇ ਬਾਰੇ ਡਿਸਕਸ ਕਰੀਏ। ਮੇਰੇ ਕੋਲ ਕੀ ਹੈ, ਇੱਕ ਸੋਰਸ ਹੈ, ਇਸ ਸੋਰਸ ਤੋਂ ਜਿਹੜੀ ਲਾਈਟ ਆ ਰਹੀ ਹੈ ਅੱਗੇ ਮੈਂ ਮਿਰਰ ਰੱਖ ਲਿਆ। ਮਿਰਰ ਕੀ ਕਰਦਾ ਹੈ? ਤੁਹਾਨੂੰ ਪਤਾ ਮਿਰਰ ਨੇ ਰਿਫਲੈਕਸ਼ਨ ਕਰਨੀ ਹੈ। ਇਸ ਸੋਰਸ ਤੋਂ ਲਾਈਟ ਵਜੀ ਮਿਰਰ ਤੇ, ਮਿਰਰ ਤੋਂ ਬਾਅਦ ਲਾਈਟ ਰਿਫਲੈਕਟ ਹੋ ਕੇ, ਠੀਕ ਹੈ, ਲਾਈਟ ਇੱਕ ਜਗ੍ਹਾ ਤੇ ਪਹੁੰਚ ਗਈ। ਇਹਦਾ ਮਤਲਬ ਇੱਕ ਸੋਰਸ ਤੇ ਉਹਦਾ ਜਿਹੜਾ ਇਮੇਜ ਬਣਿਆ, ਇਹ ਦੋ ਮੇਰੇ ਕੋਲ ਚੀਜ਼ਾਂ ਹੋ ਗਈਆਂ, ਇੱਕ ਤੇ ਆਪ ਸੋਰਸ ਹੋ ਗਿਆ ਲਾਈਟ ਦਾ, ਤੇ ਇੱਕ ਰਿਫਲੈਕਸ਼ਨ ਤੋਂ ਬਾਅਦ ਉਹਦਾ ਜਿਹੜਾ ਮੇਰੇ ਕੋਲ ਇਮੇਜ ਬਣਿਆ ਨਾ, ਇਹ ਦੋਨੋਂ ਕੋਹरेंट ਸੋਰਸ ਦਾ ਕੰਮ ਕਰ ਸਕਦੇ ਨੇ। ਕਿਉਂ, ਕਿਸ ਤਰ੍ਹਾਂ, ਆਓ ਡਿਸਕਸ ਕਰਦੇ ਹਾਂ। ਦੇਖੋ ਸੋਰਸ ਕਿਹੜਾ,
ਰੈੱਡ ਕਲਰ ਦਾ, ਤੇ ਜਦੋਂ ਇਹਦਾ ਇਮੇਜ ਬਣੇਗਾ ਉਹ ਵੀ ਕਲਰ ਕਿਹੜਾ ਹੋਏਗਾ, ਉਹਦਾ ਵੀ ਰੈੱਡ ਹੋਏਗਾ। ਇਹਦਾ ਮਤਲਬ ਫ੍ਰੀਕੁਐਂਸੀ, ਵੇਵਲੈਂਥ ਸਭ ਕੁਝ ਸੇਮ ਹੋ ਗਿਆ। ਦੂਸਰਾ, ਜੋ ਚੇਂਜਿਸ ਇਹਦੇ ਵਿੱਚ ਆਣਗੀਆਂ, ਸੋਰਸ ਦੇ ਵਿੱਚ ਚੇਂਜਿਸ ਆ ਰਹੀਆਂ, ਉਹ ਰੈਂਡਮ ਚੇਂਜਿਸ ਜਿਹੜੀਆਂ ਫੇਸ ਦੇ ਵਿੱਚ ਉਹਦੇ ਇਮੇਜ ਦੇ ਵਿੱਚ ਵੀ ਆਣਗੀਆਂ, ਕਿਉਂਕਿ ਇੱਥੋਂ ਹੀ ਉਹਦਾ ਇਮੇਜ ਬਣਿਆ। ਜੋ ਫੇਸ ਚੇਂਜਿਸ ਸੋਰਸ 'ਚ ਆ ਰਹੀਆਂ, ਸੋਈ ਫੇਸ ਚੇਂਜਿਸ ਜਿਹੜੀਆਂ ਨੇ ਤੁਹਾਡੀਆਂ ਉਹਦੇ ਇਮੇਜ ਦੇ ਵਿੱਚ ਵੀ ਜਿਹੜੀਆਂ ਹੈ ਉਹ ਓਬਟੇਨ ਹੋਣਗੀਆਂ। ਕਹਿਣ ਦਾ ਮਤਲਬ ਉਹਨਾਂ ਦੇ ਵਿੱਚ ਜਿਹੜਾ ਫੇਸ ਡਿਫਰੈਂਸ ਹੈ ਉਹ ਹਮੇਸ਼ਾ ਫਿਰ ਕੀ ਰਹੇਗਾ ਬੇਟਾ, ਕੌਨਸਟੈਂਟ ਰਹੇਗਾ। ਇਸ ਤਰ੍ਹਾਂ ਅਸੀਂ ਜਿਹੜਾ ਹੈ ਸੋਰਸਿਸ ਤਿਆਰ ਕਰਦੇ ਹਾਂ। ਇਹਦਾ ਮਤਲਬ ਹਾਊ ਟੂ ਓਬਟੇਨ ਕੋਹਰੈਂਟ ਸੋਰਸ, ਕਿਸ ਤਰ੍ਹਾਂ ਲੈਣਾ ਹੈ, ਇੱਕ ਸੋਰਸ ਤੋਂ ਦੋ ਪੈਦਾ ਕਰਨੇ ਆ। ਕਿਸ ਤਰ੍ਹਾਂ, ਬਾਏ ਰਿਫਲੈਕਸ਼ਨ। ਤੁਸੀਂ ਬਾਏ ਰੀਫਰੈਕਸ਼ਨ ਤੋਂ ਵੀ ਪੈਦਾ ਕਰ ਸਕਦੇ ਹੋ, ਰਿਫਲੈਕਸ਼ਨ ਤੋਂ ਲੈ ਲਓ ਜਾਂ ਤੁਸੀਂ ਰੀਫਰੈਕਸ਼ਨ ਤੋਂ ਵੀ ਕੋਹਰੈਂਟ ਸੋਰਸ ਨੂੰ ਜਿਹੜਾ ਹੈ ਉਹ ਪ੍ਰੋਡਿਊਸ ਕਰ ਸਕਦੇ ਹੋ। ਹਾਂਜੀ, ਹੋ ਗਿਆ ਕਲੀਅਰ। ਹੁਣ ਦੂਸਰੀ ਗੱਲ, ਇੱਕ ਸੋਰਸ ਤੇ ਉਹਦਾ ਇੱਕ ਵਰਚੁਅਲ ਇਮੇਜ ਧਿਆਨ ਲੈਣਾ ਹੈ। ਇੱਕ ਸੋਰਸ, ਉਹਦਾ ਵਰਚੁਅਲ ਇਮੇਜ ਲੈ ਲਓ। ਵਰਚੁਅਲ ਇਮੇਜ ਜਿਹੜਾ ਬਿਲਕੁਲ ਸਿੱਧਾ ਹੁੰਦਾ ਹੈ, ਇਹ ਦੋਨੋਂ ਜਿਹੜੇ ਨੇ ਕੋਹਰੈਂਟ ਸੋਰਸ ਦਾ ਕੰਮ ਕਰਨਗੇ। ਜਾਂ ਦੋ ਵਰਚੁਅਲ ਇਮੇਜ ਲੈ ਲਓ, ਦੋਨੋਂ ਵਰਚੁਅਲ ਇਮੇਜ ਲੈ ਲਓ, ਉਹ ਵੀ ਕੋਹਰੈਂਟ ਸੋਰਸ ਦਾ ਕੰਮ ਕਰਨਗੇ। ਦੋ ਰੀਅਲ ਇਮੇਜ ਲੈ ਲਓ, ਉਹ ਵੀ ਕੋਹਰੈਂਟ ਸੋਰਸ ਦਾ ਕੰਮ ਕਰਨਗੇ। ਹਾਂਜੀ ਠੀਕ ਹੈ, ਪਰ ਕੰਡੀਸ਼ਨ ਇੱਕ ਹੈ, ਇੱਕੋ ਸੋਰਸ ਤੋਂ ਤੁਸੀਂ ਜਿਹੜਾ ਹੈ ਦੋ ਚੀਜ਼ਾਂ ਪੈਦਾ ਕਰਨੀਆਂ। ਇੱਕ ਸਾਡੇ ਕੋਲ ਇੰਟਰਫੇਰੈਂਸ ਆਫ ਲਾਈਟ ਦੇ ਵਿੱਚ ਇੱਕ ਐਕਸਪੈਰੀਮੈਂਟ ਆਏਗਾ, ਯੰਗ ਡਬਲ ਸਲਿਟ ਐਕਸਪੈਰੀਮੈਂਟ। ਤੇ ਜਿਹੜਾ ਯੰਗ ਡਬਲ ਸਲਿਟ ਐਕਸਪੈਰੀਮੈਂਟ ਹੈ ਉਹ ਸਾਇੰਟਿਸਟ, ਯੰਗ ਨਾਮ ਹੈ ਉਹਦਾ, ਉਹਨੇ ਕੀਤਾ ਸੀ। ਯੰਗ ਡਬਲ ਸਲਿਟ ਐਕਸਪੈਰੀਮੈਂਟ ਇੰਟਰਫੇਰੈਂਸ ਦਾ ਐਕਸਪੈਰੀਮੈਂਟ ਹੈ। ਇਸ ਸਾਇੰਟਿਸਟ ਨੇ ਦੋ ਸਲਿਟ ਲੈ ਲੀਆਂ, ਦੋ ਸਲਿਟਸ। ਸਲਿਟ ਉਹ ਹੁੰਦੀ ਹੈ ਜਿਹਦੇ ਵਿੱਚੋਂ ਲਾਈਟ ਨਿਕਲ ਸਕਦੀ, ਜਿਸ ਤਰ੍ਹਾਂ ਵਿੱਚ ਗੈਪ ਹੈ ਨਾ, ਇਹਦੇ ਵਿੱਚੋਂ ਲਾਈਟ ਪਾਰ ਹੋਏਗੀ, ਆਹ ਤੁਹਾਡੀ ਸਲਿਟ ਹੁੰਦੀ ਹੈ। ਠੀਕ ਹੋ ਗਿਆ। ਉਹਨੇ ਦੋ ਸਲਿਟਸ ਲੈ ਲੀਆਂ ਲਾਈਕ ਦਿਸ, ਇਹ ਦੋ ਸਲਿਟਸ ਨੇ, ਇੱਥੇ ਸੋਰਸ ਖੜਾ ਕਰਤਾ ਤੇ ਇਹ ਦੋ ਸਲਿਟਸ ਹੋ ਗਈਆਂ। ਠੀਕ ਹੈ, ਇਹਨਾਂ ਦੋਨਾਂ ਸਲਿਟ ਦੇ ਵਿੱਚੋਂ ਲਾਈਟ ਇੱਥੋਂ ਵੀ ਲੰਘੇਗੀ ਤੇ ਲਾਈਟ ਇਹਦੇ ਵਿੱਚੋਂ ਵੀ ਲੰਘੇਗੀ। ਇੱਥੇ ਬੰਦ ਹੈਗਾ ਰਸਤਾ, ਸਿਰਫ ਇਹ ਦੋ ਸਲਿਟਸ ਹੈ, ਇਹ ਚੋਂ ਲਾਈਟ ਨਿਕਲੇਗੀ, ਇਹਦੇ ਵਿੱਚੋਂ ਲਾਈਟ ਨਿਕਲੇਗੀ। ਠੀਕ ਹੋ ਗਿਆ। ਜਿਹੜੀ ਲਾਈਟ ਇਹਦੇ ਵਿੱਚੋਂ ਨਿਕਲੇਗੀ ਤੇ ਜਿਹੜੀ ਲਾਈਟ ਇਹਦੇ ਵਿੱਚੋਂ ਨਿਕਲੇਗੀ, ਠੀਕ ਹੈ, ਇੱਕੋ ਸੋਰਸ ਤੋਂ ਦੋ ਸੋਰਸ ਤਿਆਰ ਹੋ ਗਏ। ਇਹ ਵੀ ਰੈੱਡ ਕਲਰ ਦਾ ਮੰਨ ਲਓ ਤੇ ਇਹ ਵੀ ਲਾਈਟ ਰੈੱਡ ਕਲਰ ਦੀ ਹੋਏਗੀ। ਹਾਂਜੀ ਕਲੀਅਰ। ਸੇਮ ਵੇਵਲੈਂਥ, ਸੇਮ ਫ੍ਰੀਕੁਐਂਸੀ। ਠੀਕ ਹੈ, ਦੋਨਾਂ ਸੋਰਸਿਸ ਨੂੰ ਇੱਕੋ ਤੋਂ ਲਾਈਟ ਮਿਲੀ ਹੈ, ਇਹਦਾ ਮਤਲਬ ਦੋਨਾਂ ਵਿੱਚ ਜਿਹੜਾ ਫੇਸ ਡਿਫਰੈਂਸ ਆਏਗਾ ਹਮੇਸ਼ਾ ਸੇਮ ਰਹੇਗਾ। ਇਹਨੇ ਕੀ ਕੀਤਾ, ਦੋ ਸਲਿਟ ਲੈ ਕੇ ਕੋਹਰੈਂਟ ਸੋਰਸਿਸ ਜਿਹੜੇ ਪ੍ਰੋਡਿਊਸ ਕੀਤੇ ਆ। ਠੀਕ ਹੈ, ਤੇ ਇਹ ਨੈਕਸਟ ਲੈਕਚਰ ਵਿੱਚ ਆਪਾਂ ਜਦੋਂ ਇੰਟਰਫੇਰੈਂਸ ਆਫ ਲਾਈਟ ਪੜ੍ਹਨੀ ਆ, ਉਹਦੇ ਵਿੱਚ ਅਸੀਂ ਯੰਗ ਡਬਲ ਸਲਿਟ ਮੇਨ ਐਕਸਪੈਰੀਮੈਂਟ ਹੈਗਾ ਇੰਟਰਫੇਰੈਂਸ ਲਾਈਟ ਦਾ, ਇਹਦੇ ਬਾਰੇ ਆਪਾਂ ਜਿਹੜਾ ਹੈ ਉਹ ਡਿਸਕਸ ਕਰਾਂਗੇ। ਹੋਰ ਕੋਹਰੈਂਟ ਸੋਰਸਿਸ ਨੂੰ ਜੇ ਪੈਦਾ ਕਰਨਾ ਹੈ ਤੇ ਸਾਡੇ ਕੋਲ ਸੋਰਸ ਜਿਹੜਾ ਮੋਨੋਕ੍ਰੋਮੈਟਿਕ ਹੋਣਾ ਚਾਹੀਦਾ। ਮੋਨੋ ਮੈਨੇ ਸਿੰਗਲ, ਕ੍ਰੋਮੈਟਿਕ ਮੈਨੇ ਕਲਰ। ਸਿੰਗਲ ਕਲਰ ਵਾਲਾ ਕੋਈ ਸੋਰਸ ਲੈਣਾ ਹੈ, ਜਾਂ ਤੁਸੀਂ ਗ੍ਰੀਨ ਲੈ ਲਓ, ਯੈਲੋ ਲੈ ਲਓ, ਔਰੇਂਜ ਲੈ ਲਓ, ਰੈੱਡ ਲੈ ਲਓ, ਉਹ ਤੁਹਾਡੀ ਮਰਜ਼ੀ ਹੈ। ਠੀਕ ਹੈ, ਕਹਿਣ ਦਾ ਮਤਲਬ ਉਹ ਸੋਰਸ ਲੈਣਾ ਹੈ ਜਿਹੜਾ ਸਾਨੂੰ ਸਿੰਗਲ ਕਲਰ ਦੀ ਲਾਈਟ ਜਿਹੜੀ ਹੈ ਉਹ ਪ੍ਰੋਡਿਊਸ ਕਰਕੇ ਦੇਗਾ। ਇਹਦਾ ਮਤਲਬ ਕੋਹਰੈਂਟ ਸੋਰਸਿਸ ਵਾਸਤੇ ਸੋਰਸ ਸ਼ੁੱਡ ਬੀ ਮੋਨੋਕ੍ਰੋਮੈਟਿਕ। ਦੂਸਰਾ, ਵਾਈਟ ਲਾਈਟ ਤੋਂ ਇੰਟਰਫੇਰੈਂਸ ਅਸੀਂ ਪੈਦਾ ਨਹੀਂ ਕਰ ਸਕਦੇ, ਉਹ ਵੀ ਅਸੀਂ ਜਿਹੜਾ ਹੈ ਨੈਕਸਟ ਆਉਣ ਵਾਲੇ ਲੈਕਚਰ ਵਿੱਚ ਆਪਾਂ ਡਿਸਕਸ ਕਰਾਂਗੇ ਕਿ ਇੰਟਰਫੇਰੈਂਸ ਵਾਈਟ ਲਾਈਟ ਤੋਂ ਕਿਉਂ ਨਹੀਂ ਹੁੰਦੀ। ਤੇ ਜਿਹੜਾ ਵੀ ਆਪਾਂ ਸੋਰਸ ਲੈਣਾ ਹੈ, ਇਟ ਸ਼ੁੱਡ ਨਾਟ ਬੀ ਬ੍ਰੌਡ, ਉਹ ਵੱਡਾ ਨਹੀਂ ਹੋਣਾ ਚਾਹੀਦਾ, ਥੋੜਾ ਨੈਰੋ ਹੋਣਾ ਚਾਹੀਦਾ, ਛੋਟਾ ਸਮਾਲ ਸਾਈਜ਼ ਦਾ ਲੈਣਾ ਹੈ, ਤਾਂ ਜੋ ਨੰਬਰ ਆਫ ਪਾਰਟੀਕਲਸ ਦੀ ਗਿਣਤੀ ਘੱਟ ਹੋਵੇ ਤੇ ਉਹਨਾਂ ਵਿੱਚ ਜਿਹੜਾ ਰੈਂਡਮਲੀ ਫੇਸ ਚੇਂਜਸ ਨੇ ਉਹ ਘੱਟ ਹੋਣਗੀਆਂ। ਇਸ ਤਰ੍ਹਾਂ ਆਪਾਂ ਇੰਟਰਫੇਰੈਂਸ ਆਫ ਲਾਈਟ ਬਾਰੇ ਡਿਸਕਸ ਕਰਾਂਗੇ। ਤੇ ਆਈ ਹੋਪ ਕਿ ਤੁਹਾਨੂੰ ਅੱਜ ਦਾ ਲੈਕਚਰ ਜਿਹੜਾ ਹੈ ਉਹ ਕਲੀਅਰ ਹੋ ਗਿਆ। ਇਹਨੂੰ ਧਿਆਨ ਨਾਲ ਦੇਖਣਾ ਹੈ, ਆਹ ਦੋ ਗੱਲਾਂ ਬਹੁਤ ਇੰਪੋਰਟੈਂਟ ਨੇ। ਠੀਕ ਹੈ, ਤੇ ਆਹ ਡੈਫੀਨੇਸ਼ਨ ਪੇਪਰ ਵਿੱਚ ਪੁੱਛੀ ਜਾਂਦੀ ਹੈ, ਜਸਟ 1 ਨੰਬਰ ਜਾਂ 2 ਮਾਰਕਸ ਦੀ ਡੈਫੀਨੇਸ਼ਨ ਆਉਂਦੀ ਹੈ, ਵਾਟ ਆਰ ਕੋਹਰੈਂਟ ਸੋਰਸਿਸ ਐਂਡ ਵੇਅਰ ਵੀ ਯੂਜ਼ ਕੋਹਰੈਂਟ ਸੋਰਸ। ਤੁਸੀਂ ਕਹੋਗੇ ਕੋਹਰੈਂਟ ਸੋਰਸਿਸ ਆ ਹੁੰਦੇ ਨੇ ਜਿਨ੍ਹਾਂ ਦਾ ਸੇਮ ਫੇਜ਼, ਠੀਕ ਹੈ, ਵੇਵਲੈਂਥ ਸੇਮ, ਫ੍ਰੀਕੁਐਂਸੀ ਸੇਮ ਹੋ ਗਈ, ਤੇ ਕਿੱਥੇ ਇਹ ਕਨਸੈਪਟ ਯੂਜ਼ ਕਰਦੇ ਆ, ਅਸੀਂ ਇਹਨੂੰ ਯੂਜ਼ ਕਰਾਂਗੇ ਇੰਟਰਫੇਰੈਂਸ ਆਫ ਲਾਈਟ ਦੇ ਵਿੱਚ। ਠੀਕ ਹੈ, ਬਾਕੀ ਅਸੀਂ ਨੈਕਸਟ ਲੈਕਚਰ ਵਿੱਚ ਡਿਸਕਸ ਕਰਦੇ ਹਾਂ। ਥੈਂਕ ਯੂ।